ਵੈਲਕਮ ਇਨ ਦੀ ਕਲਾਸ ਐਮ ਬਬਲਜੀਤ ਕੌਰ। ਅੱਜ ਆਪਣਾ ਯੂਨਿਟ ਫਸਟ ਦਾ ਚੈਪਟਰ ਨੰਬਰ 4 ਇਲੈਕਟ੍ਰਿਕ ਪੋਟੈਂਸ਼ੀਅਲ ਆਪਾਂ ਸਟਾਰਟ ਕਰਾਂਗੇ। ਤਾਂ ਇਹਦਾ ਫਸਟ ਟੌਪਿਕ ਆਪਣੇ ਕੋਲ ਹੈਗਾ ਕੰਜ਼ਰਵੇਟਿਵ ਨੇਚਰ ਆਫ ਇਲੈਕਟ੍ਰੋਸਟੈਟਿਕ ਫੋਰਸ। ਤਾਂ ਹੁਣ ਆਪਣੇ ਕੋਲ ਕੀ ਆਪਾਂ +1 ਦੇ ਵਿੱਚ ਵੀ ਪੜ੍ਹ ਕੇ ਆਂਦਾ ਕਿ ਕੰਜ਼ਰਵੇਟਿਵ ਫੋਰਸ ਤੇ ਨਾਨ ਕੰਜ਼ਰਵੇਟਿਵ ਫੋਰਸ ਕਿਹੜੀਆਂ ਹੁੰਦੀਆਂ ਨੇ। ਤਾਂ ਕੰਜ਼ਰਵੇਟਿਵ ਫੋਰਸ ਆਪਣੇ ਕੋਲ ਕਿਹੜੀ ਹੁੰਦੀ ਆ ਕਿ ਜਦੋਂ ਕਿਸੇ ਵੀ ਫੋਰਸ ਦਾ ਆਪਾਂ ਕਿਸੇ ਦੋ ਪੁਆਇੰਟਸ ਦੇ ਉੱਪਰ ਕੋਈ ਫੋਰਸ ਲਗਾ ਰਹੇ ਹਾਂ, ਉਹਨਾਂ ਨੂੰ ਮੂਵ ਕਰਵਾਉਣਾ ਚਾਹੁੰਦੇ ਹਾਂ, ਤਾਂ ਜਿੰਨਾ ਵੀ ਆਪਾਂ ਨੂੰ ਕੰਮ ਕਰਨਾ ਪੈ ਰਿਹਾ ਤਾਂ ਉਹ ਉਹਨਾਂ ਦੇ ਪਾਥ ਦੇ ਉੱਪਰ ਡਿਪੈਂਡ ਨਹੀਂ ਕਰਦਾ, ਉਹਨਾਂ ਤੋਂ ਇੰਡੀਪੈਂਡੈਂਟ ਹੁੰਦਾ ਕਿ ਆਪਾਂ ਕਿਵੇਂ ਮੂਵ ਕੀਤਾ ਪੁਆਇੰਟਸ ਤੋਂ ਇੱਕ ਪੁਆਇੰਟ ਤੋਂ ਦੂਜੇ ਪੁਆਇੰਟ ਤੱਕ ਮੂਵ ਕਰਨ ਦੇ ਲਈ। ਤਾਂ ਇਸੇ ਕਰਕੇ ਜਿਹੜਾ ਵਰਕ ਡਨ ਆਊਗਾ ਆਪਣੇ ਕੋਲੇ ਤਾਂ ਉਹ ਕੀ ਹੋਊਗਾ, ਜਿਹੜਾ ਪਾਥ ਫੋਲੋ ਕੀਤਾ ਹੋਇਆ ਉਹਦੇ ਇੰਡੀਪੈਂਡੈਂਟ ਹੋਊਗਾ। ਅਤੇ ਜਿਹੜਾ ਆਪਣੇ ਕੋਲੇ ਕਲੋਜ਼ਡ ਪਾਥ ਹੋਊਗਾ ਉਹਦੇ ਲਈ ਹਮੇਸ਼ਾ ਹੀ ਕੰਜ਼ਰਵੇਟਿਵ ਫੋਰਸ ਦੀ ਵੈਲਿਊ ਆਪਣੇ ਕੋਲ ਆਉਂਦੀ ਹੈ 0। ਹੁਣ ਨੈਕਸਟ ਆਰਟੀਕਲ ਆਪਣੇ ਕੋਲ ਹੈਗਾ ਇੰਡੀਪੈਂਡੈਂਸ ਆਫ ਲਾਈਨ ਇੰਟੈਗਰਲ ਆਫ ਇਲੈਕਟ੍ਰਿਕ ਫੀਲਡ ਔਨ ਦੀ ਨੇਚਰ ਆਫ ਪਾਥ ਬਿਟਵੀਨ 2 ਪੁਆਇੰਟਸ। ਕਿ ਆਪਾਂ ਹੁਣ ਸ਼ੋਅ ਕਰਨੀ ਹੈ ਕਿ ਜੇ 2 ਪੁਆਇੰਟ ਦਿੱਤੇ ਹੋਏ ਆ ਤਾਂ ਉਹਨਾਂ ਦੇ ਜੇ ਆਪਾਂ ਲਾਈਨ ਇੰਟੈਗਰਲ ਫਾਈਂਡ ਕਰਦੇ ਹਾਂ ਇਲੈਕਟ੍ਰਿਕ ਫੀਲਡ ਦੇ ਲਈ ਤਾਂ ਉਹ ਉਹਨਾਂ ਦੀ ਪਾਥ ਦੀ ਨੇਚਰ ਦੇ ਉੱਪਰ ਹੀ ਡਿਪੈਂਡ ਕਰਦਾ ਕਿ ਆਪਾਂ ਕਿਵੇਂ ਮੂਵ ਕੀਤਾ, ਲੈਫਟ ਟੂ ਰਾਈਟ ਜਾ ਰਹੇ ਹਾਂ ਜਾਂ ਰਾਈਟ ਟੂ ਲੈਫਟ ਗਏ, ਟੌਪ ਟੂ ਬਾਟਮ ਜਾਂ ਬਾਟਮ ਟੂ ਟੌਪ ਗਏ, ਉਹਨਾਂ ਦੇ ਪਾਥ ਦੇ ਉੱਪਰ ਡਿਪੈਂਡ ਨਹੀਂ ਕਰਨਾ। ਤਾਂ ਆਪਾਂ ਕੀ ਸ਼ੋਅ ਕਰਨਾ ਇਹਦੇ ਵਿੱਚ ਕਿ ਇੰਡੀਪੈਂਡੈਂਟ ਹੁੰਦਾ ਉਹਨਾਂ ਦੇ ਪਾਥ ਦੀ। ਤਾਂ ਹੁਣ ਆਪਾਂ ਇਹਦੇ ਵਿੱਚ ਇਹੀ ਸਾਰਾ ਸ਼ੋਅ ਕਰਾਂਗੇ। ਤਾਂ ਹੁਣ ਇਹਦੇ ਵਿੱਚ ਕੀ ਆਪਣੇ ਕੋਲ ਇੱਕ ਕੋਆਰਡੀਨੇਟ ਐਕਸਿਸ ਦਿੱਤਾ ਹੋਇਆ XYZ। ਤਾਂ ਆਪਣੇ ਕੋਲ ਕੀ ਕੋਈ ਵੀ ਇੱਕ ਪੁਆਇੰਟ ਚਾਰਜ ਦਿੱਤਾ, ਪੁਆਇੰਟ ਚਾਰਜ ਆਪਣੇ ਕੋਲ ਕੀ ਆ ਪੋਜ਼ੀਟਿਵ ਚਾਰਜ, ਤਾਂ +Q ਚਾਰਜ ਆਪਾਂ ਕਿੱਥੇ ਪਲੇਸ ਕੀਤਾ ਹੋਇਆ ਓਰੀਜਨ ਦੇ ਉੱਪਰ। ਤਾਂ ਹੁਣ ਆਪਣੇ ਕੋਲ ਕੀ ਆ ਜੇ ਪੋਜ਼ੀਟਿਵ ਚਾਰਜ ਦਿੱਤਾ ਹੁੰਦਾ ਤਾਂ ਉਹਦੇ ਕਰਕੇ ਜਿਹੜੀ ਇਲੈਕਟ੍ਰਿਕ ਫੀਲਡ ਪ੍ਰੋਡਿਊਸ ਹੁੰਦੀ ਆ ਉਹ ਹਮੇਸ਼ਾ ਹੀ ਕੀ ਆ ਆਊਟਵਰਡ ਡਾਇਰੈਕਸ਼ਨ ਦੇ ਵਿੱਚ ਪ੍ਰੋਡਿਊਸ ਹੁੰਦੀ ਹੈ। ਤਾਂ ਇਸੇ ਕਰਕੇ ਆਪਾਂ ਕੀ ਆ ਓਰੀਜਨ ਦੇ ਉੱਪਰ +Q ਚਾਰਜ ਰੱਖਿਆ ਹੋਇਆ। ਤਾਂ +Q ਚਾਰਜ ਦੇ ਕਰਕੇ ਜਿਹੜੀ ਇਲੈਕਟ੍ਰਿਕ ਫੀਲਡ ਪ੍ਰੋਡਿਊਸ ਹੋ ਰਹੀ ਆ ਉਹ ਆਊਟਵਰਡ ਡਾਇਰੈਕਸ਼ਨ ਦੇ ਵਿੱਚ ਜਾ ਰਹੀ ਆ। ਤਾਂ ਹੁਣ ਇਸੇ ਕਰਕੇ ਆਪਾਂ ਇਸ ਇਲੈਕਟ੍ਰਿਕ ਫੀਲਡ ਵਾਲਾ ਜਿਹੜੀਆਂ ਲਾਈਨਸ ਡਰੋ ਕੀਤੀਆਂ ਹੋਈਆਂ ਨੇ ਉਹਨਾਂ ਦੀ ਆਪਾਂ ਜੇ ਡਿਸਟੈਂਸ ਦੇਖਦੇ ਹਾਂ, ਮੇਨਲੀ ਆਪਾਂ ਕਿ ਆਰ ਦੇ ਨਾਲ ਹੀ ਡਿਸਟੈਂਸ ਸ਼ੋਅ ਕਰਦੇ ਹੁੰਦੇ ਹਾਂ। ਤਾਂ ਇਸੇ ਕਰਕੇ ਆਪਾਂ ਇਹਨਾਂ ਦੇ ਉੱਪਰ ਕੀ ਇੱਕ AB ਪਾਥ ਲਿਆ, A to B ਆਪਾਂ ਮੀਟ ਕਰਾ ਰਹੇ ਹਾਂ। ਤਾਂ ਓਰੀਜਨ ਤੋਂ A ਦੀ ਡਿਸਟੈਂਸ ਆਪਣੇ ਕੋਲ ਹੋ ਜੂਗੀ RA ਅਤੇ B ਆਪਣੇ ਕੋਲ ਕੀ ਲਾਸਟ ਪੁਆਇੰਟ ਐਂਡ ਪੁਆਇੰਟ ਆ, ਤਾਂ ਉਹਦੀ ਡਿਸਟੈਂਸ ਆਪਣੇ ਕੋਲ ਹੋ ਜੂਗੀ RB। ਤਾਂ ਇਸ AB ਪਾਥ ਦੇ ਉੱਪਰ ਆਪਾਂ ਕੋਈ ਵੀ ਇੱਕ ਐਲੀਮੈਂਟਰੀ ਪੋਰਸ਼ਨ ਲਿਆਏ, ਉਹ ਐਲੀਮੈਂਟਰੀ ਪੋਰਸ਼ਨ ਆਪਣੇ ਕੋਲ ਕੀ ਆ PQ। ਹੁਣ ਜੇ AB ਪਾਥ ਦੀ ਲੈਂਥ ਆਪਣੇ ਕੋਲ L ਆ ਤਾਂ PQ ਐਲੀਮੈਂਟਰੀ ਪੋਰਸ਼ਨ ਦੀ ਲੈਂਥ ਆਪਣੇ ਕੋਲ ਕਿੰਨੀ ਹੋ ਜੂਗੀ DL, ਕਿਉਂਕਿ ਆਪਾਂ ਕੀ ਲਿਆ ਘੱਟ ਲੈਂਥ ਲੈ ਕੇ ਚੱਲ ਰਹੇ ਹਾਂ। ਐਲੀਮੈਂਟਰੀ ਪੋਰਸ਼ਨ ਦੀ ਲੈਂਥ ਹਮੇਸ਼ਾ ਹੀ ਘੱਟ ਹੁੰਦੀ ਹੈ ਓਰੀਜਨਲ ਪਾਥ ਦੇ ਨਾਲੋਂ। ਤਾਂ ਇਸੇ ਕਰਕੇ ਆਪਣੇ ਕੋਲੇ O ਤੋਂ P ਤੱਕ ਦੀ ਡਿਸਟੈਂਸ ਹੋ ਜੂਗੀ R, ਅਤੇ R ਕੈਪ ਆਪਣੇ ਕੋਲ ਕੀ ਹੈ ਯੂਨਿਟ ਵੈਕਟਰ। ਯੂਨਿਟ ਵੈਕਟਰ ਆਪਾਂ ਨੂੰ ਕੀ ਦੱਸੂਗਾ, ਉਹ ਡਾਇਰੈਕਸ਼ਨ ਡਿਨੋਟ ਕਰੂਗਾ। ਤਾਂ ਹੁਣ ਇਸੇ ਕਰਕੇ ਆਪਣੇ ਕੋਲ ਕੀ ਹਨ R ਆਪਣੇ ਕੋਲ ਕਿੱਧਰ ਜਾ ਰਿਹਾ ਹੈ O to P ਆਊਟਵਰਡ ਡਾਇਰੈਕਸ਼ਨ ਦੇ ਵਿੱਚ। ਤਾਂ ਹੁਣ ਇਹਨਾਂ ਦੇ ਵਿੱਚ ਫਿਰ ਆਪਾਂ ਕੀ ਕਰਾਂਗੇ ਡਾਇਗਰਾਮ ਦੇ ਵਿੱਚ ਕਿ Q ਤੋਂ ਇੱਕ ਪਰਪੈਂਡੀਕੂਲਰ ਡਰੋ ਕਰਨਾ ਹੈ। ਪਰਪੈਂਡੀਕੂਲਰ ਆਪਾਂ ਡਰੋ ਕਿੱਥੇ ਕਰ ਰਹੇ ਹਾਂ, P ਤੋਂ ਜਿਹੜਾ ਆਪਾਂ ਇਲੈਕਟ੍ਰਿਕ ਫੀਲਡ ਵਾਲੀ ਲਾਈਨਸ ਡਰੋ ਕੀਤੀਆਂ ਹੋਈਆਂ ਸੀ ਉਹਦੇ ਉੱਪਰ। ਤਾਂ ਉਹ ਜਾ ਕੇ ਕਿੱਥੇ ਮੀਟ ਕਰੂਗਾ ਇਲੈਕਟ੍ਰਿਕ ਫੀਲਡ ਲਾਈਨਸ ਨੂੰ N ਪੁਆਇੰਟ ਦੇ ਉੱਪਰ। ਤਾਂ PN ਆਪਣੇ ਕੋਲੇ ਇਸ ਤਰ੍ਹਾਂ ਇੱਕ ਹੋਰ ਰੀਜਨ ਆ ਜਾਊਗਾ। ਹੁਣ ਇਹ ਪਰਪੈਂਡੀਕੂਲਰ ਡਰੋ ਕੀਤਾ ਸੀ ਤਾਂ ਪਰਪੈਂਡੀਕੂਲਰ ਦੇ ਸਾਹਮਣੇ ਆਪਣੇ ਕੋਲ ਇੱਕ ਐਂਗਲ ਥੀਟਾ ਬਣ ਰਿਹਾ। ਤਾਂ ਉਹ ਕਿਹਦੇ ਵਿੱਚ ਬਣ ਰਿਹਾ, ਇਲੈਕਟ੍ਰਿਕ ਫੀਲਡ ਤੇ ਐਲੀਮੈਂਟਰੀ ਪੋਰਸ਼ਨ ਦੀ ਲੈਂਥ ਦੇ ਵਿਚਕਾਰ E ਤੇ DL ਦੇ ਵਿਚਕਾਰ ਇੱਕ ਐਂਗਲ ਥੀਟਾ ਬਣਿਆ ਹੋਇਆ। ਹੁਣ ਜਦੋਂ ਪਰਪੈਂਡੀਕੂਲਰ ਡਰੋ ਕਰਤਾ ਆਪਾਂ QN, ਤਾਂ ਹੁਣ ਇਹ ਆਪਣੇ ਕੋਲੇ ਕਿਵੇਂ ਐਕਟ ਕਰੂਗਾ ਐਜ਼ ਅ ਬੇਸ, ਕਿਉਂਕਿ ਬੇਸ ਦੇ ਉੱਪਰ ਹੀ ਆਪਾਂ ਦੋਨੋਂ ਐਂਗਲਸ ਡਰੋ ਕਰਦੇ ਹਾਂ ਥੀਟਾ ਤੇ 90 ਡਿਗਰੀ ਦਾ। ਤਾਂ ਹੁਣ ਇਹਦੇ ਵਿੱਚ ਆਪਣੇ ਕੋਲੇ ਕੀ ਸਾਰਾ ਆਪਾਂ ਜੋ ਡਾਇਗਰਾਮ ਵਿੱਚ ਸੀ ਉਹ ਸਾਰਾ ਥਿਊਰੀ ਦੇ ਵਿੱਚ ਆਪਾਂ ਮੈਂਸ਼ਨ ਕਰ ਦੇਣਾ। ਤਾਂ ਹੁਣ ਆਪਣੇ ਕੋਲੇ ਕੀ ਸੀਗਾ ਲਾਈਨ ਇੰਟੈਗਰਲ ਆਪਾਂ ਫਾਈਂਡ ਕਰਨਾ ਇਲੈਕਟ੍ਰਿਕ ਫੀਲਡ ਦਾ। ਤਾਂ E.dl ਆਪਣੇ ਕੋਲੇ ਕੀ ਆ ਜਿੰਨਾ ਆਪਾਂ ਨੂੰ ਕੰਮ ਕਰਨਾ ਪਿਆ ਵਰਕ ਡਨ ਬਾਈ ਦੀ ਇਲੈਕਟ੍ਰਿਕ ਫੀਲਡ, ਜਿੰਨੀ ਇਲੈਕਟ੍ਰਿਕ ਫੀਲਡ ਉੱਥੇ ਪ੍ਰੋਡਿਊਸ ਹੋ ਰਹੀ ਸੀ ਯੂਨਿਟ ਪੋਜ਼ੀਟਿਵ ਚਾਰਜ ਨੂੰ ਮੂਵ ਕਰਨ ਦੇ ਲਈ, ਤਾਂ ਉਹ ਮੂਵ ਆਪਾਂ ਕਿੱਥੋਂ ਤੋਂ ਕਿੱਥੇ ਤੱਕ ਕੀਤਾ ਹੈ P to Q। ਤਾਂ ਉਹ ਕਿਹਦੇ ਇਕੁਅਲ ਹੋ ਜਾਊਗਾ E.dl। ਤਾਂ ਹੁਣ ਆਪਣੇ ਕੋਲੇ ਕਿਸੇ ਐਲੀਮੈਂਟਰੀ ਪੋਰਸ਼ਨ ਦੇ ਲਈ ਆਪਾਂ ਕਿਹਾ P to Q, ਬਟ ਆਪਾਂ ਨੂੰ ਕੀ ਹੈ ਸਾਰੇ ਪਾਥ ਦੇ ਲਈ ਵੈਲਿਊ ਚਾਹੀਦੀ ਹੈ A ਤੋਂ B ਤੱਕ ਦੀ। ਤਾਂ ਆਪਾਂ ਕੀ ਕਰਾਂਗੇ ਉਹਦੀ ਇੰਟੀਗ੍ਰੇਸ਼ਨ ਕਰਾਂਗੇ ਟੋਟਲ ਵਰਕ ਡਨ ਦੀ ਵੈਲਿਊ ਫਾਈਂਡ ਕਰਨ ਦੇ ਲਈ। ਤਾਂ ਇੰਟੀਗ੍ਰੇਸ਼ਨ ਕਿੱਥੋਂ ਤੋਂ ਕਿੱਥੇ ਤੱਕ ਹੋ ਜਾਊਗੀ A to B। ਤਾਂ ਇਸੇ ਕਰਕੇ E.dl ਆਪਣੇ ਕੋਲ ਕੀ ਆ ਜਾਊਗਾ ਲਾਈਨ ਇੰਟੈਗਰਲ ਆ ਗਿਆ ਕਿੱਥੋਂ ਤੋਂ ਕਿੱਥੇ ਤੱਕ A ਤੋਂ B ਤੱਕ ਦਾ। ਹੁਣ ਇਹਨਾਂ ਦੀ ਵੈਲਿਊ ਆਪਾਂ ਫਾਈਂਡ ਕਰਾਂਗੇ ਕਿ ਕਿੰਨੀ ਵੈਲਿਊ। ਹੁਣ ਇਲੈਕਟ੍ਰਿਕ ਫੀਲਡ P ਪੁਆਇੰਟ ਦੇ ਉੱਪਰ ਕਿਸੇ ਵੀ ਪੋਜ਼ੀਟਿਵ ਚਾਰਜ Q ਦੇ ਕਰਕੇ ਕਿੰਨੀ ਆ ਜਾਊਗੀ, ਇਹਦੀ ਵੈਲਿਊ ਆਪਾਂ ਪਿੱਛੇ ਵੀ ਪੜ੍ਹ ਕੇ ਆਉਂਦੇ ਆਪਾਂ ਡਰਾਈਵ ਕੀਤੇ ਨੇ ਰਿਲੇਸ਼ਨ। ਤਾਂ ਉੱਥੇ ਆਪਣੇ ਕੋਲ ਕਿੰਨਾ ਰਿਲੇਸ਼ਨ ਆਉਂਦਾ ਸੀਗਾ 1/4πε0 Q/r² R ਕੈਪ, ਕਿਉਂਕਿ ਆਪਾਂ ਵੈਕਟਰ ਨੋਟੇਸ਼ਨ ਦੇ ਵਿੱਚ ਲਿਖ ਰਹੇ ਹਾਂ। ਤਾਂ R ਕੈਪ ਆਪਣੇ ਕੋਲ ਕੀ ਹੋ ਜਾਊਗਾ ਯੂਨਿਟ ਵੈਕਟਰ, ਤੇ ਯੂਨਿਟ ਵੈਕਟਰ ਤੋਂ ਹੀ ਆਪਾਂ ਨੂੰ ਉਹਦੀ ਡਾਇਰੈਕਸ਼ਨ ਪਤਾ ਲੱਗਦੀ ਹੈ। ਤੇ R ਕੈਪ ਆਪਣੇ ਕੋਲੇ ਕਿਵੇਂ ਐਕਟ ਕਰ ਰਿਹਾ ਹੈ ਉਹ P ਦੇ ਅਲੋਂਗ। ਤਾਂ ਹੁਣ ਆਪਣੇ ਕੋਲੇ ਕੀ ਆ ਵੈਲਿਊਜ਼ ਆਪਾਂ ਲਾਈਨ ਇੰਟੈਗਰਲ ਫਾਈਂਡ ਕਰਨ ਦੇ ਲਈ ਕਿਹਾ E.dl ਦਾ। ਤਾਂ E ਦੀ ਵੈਲਿਊ ਆਪਣੇ ਕੋਲੇ ਕਿੰਨੀ ਸੀਗੀ
1/4πε0 Q/r² इंटू आर कैप DL मल्टीप्लाई ਦੇ ਵਿੱਚ ਤਾਂ ਡਾਟ ਪ੍ਰੋਡਕਟ ਆਪਣੇ ਕੋਲ ਹੋ ਜਾਊਗਾ DL ਦਾ। ਹੁਣ ਆਪਣੇ ਕੋਲ A ਡਾਟ B ਕਿਹਦੇ ਇਕੁਅਲ ਹੁੰਦਾ ਹੈ AB cos θ, ਆਰ ਕੈਪ ਦਾ ਮੈਗਨੀਟਿਊਡ ਕਿੰਨਾ ਹੋ ਜਾਊਗਾ 1। ਤਾਂ ਇਕੁਏਸ਼ਨ ਆਪਣੇ ਕੋਲ ਕੀ ਰਿਡਿਊਸ ਹੋ ਗਈ 1/4πε0 Q/r² ਇੰਟੂ DL cos θ। ਹੁਣ ਨੈਕਸਟ ਕੰਸਟਰਕਸ਼ਨ ਆਪਾਂ ਕੀ ਕੀਤੀ ਸੀ ਕਿ Q ਤੋਂ ਇੱਕ ਪਰਪੈਂਡੀਕੂਲਰ ਡਰਾ ਕੀਤਾ ਸੀਗਾ ਐਂਡ ਪੁਆਇੰਟ ਦੇ ਉੱਪਰ, ਤਾਂ ਹੁਣ ਉੱਥੋਂ ਆਪਣੇ ਕੋਲੇ DL cos θ ਦੀ ਆਪਾਂ ਵੈਲਿਊ ਫਾਈਂਡ ਕਰਾਂਗੇ। ਤਾਂ ਹੁਣ DL cos θ ਦੀ ਵੈਲਿਊ ਆਪਣੇ ਕੋਲੇ ਕਿਵੇਂ ਫਾਈਂਡ ਹੋਊਗੀ, ਆਪਾਂ ਇੱਥੇ cos ਦਾ ਰਿਲੇਸ਼ਨ ਲਗਾਇਆ ਕਿਉਂਕਿ cos θ ਕਿਹਦੇ ਇਕੁਅਲ ਹੁੰਦਾ ਬੇਸ ਅਪੋਨ ਹਾਈਪੋਟੇਨਿਊਸ। ਆਪਣੇ ਕੋਲੇ ਕੀ ਹੈ ਇਹਦੇ ਵਿੱਚ ਆਪਾਂ ਨੂੰ ਵੈਲਿਊ ਚਾਹੀਦੀ ਆ PN ਦੀ। PN ਨੂੰ ਜੇ ਆਪਾਂ ਉੱਪਰ ਰੱਖਦੇ ਆ ਟੌਪ ਦੇ ਉੱਪਰ ਤੇ ਵੈਲਿਊ ਆਪਾਂ ਨੋਨ ਕਿਹਦੀ ਹੈ ਇਹਦੇ ਵਿੱਚੋਂ PQ ਦੀ। ਜਿਹੜੀ ਵੀ ਵੈਲਿਊ ਆਪਾਂ ਫਾਈਂਡ ਕਰਨੀ ਹੁੰਦੀ ਆ ਉਹ ਹਮੇਸ਼ਾ ਹੀ ਆਪਾਂ ਉੱਪਰ ਲਿਖਦੇ ਆ ਤੇ ਜਿਹੜੀ ਵੈਲਿਊ ਨੋਨ ਹੁੰਦੀ ਆ ਉਹ ਆਪਾਂ ਥੱਲੇ ਲਿਖਦੇ ਆ ਡਿਨੋਮੀਨੇਟਰ ਦੇ ਵਿੱਚ। ਤਾਂ ਹੁਣ ਇਹ ਰਿਲੇਸ਼ਨ ਹੋ ਗਿਆ ਬੇਸ ਅਪੋਨ ਹਾਈਪੋਟੇਨਿਊਸ ਦਾ, ਤਾਂ ਇਹ ਕਿਹਦੇ ਇਕੁਅਲ ਹੁੰਦਾ ਹੈ cos θ। ਤਾਂ PN ਦੀ ਵੈਲਿਊ ਕਿਹਦੇ ਇਕੁਅਲ ਆ ਗਈ PQ cos θ। PQ ਆਪਣੇ ਕੋਲੇ ਕਿਹਦੇ ਇਕੁਅਲ ਸੀਗਾ DL ਜਿਹੜਾ ਆਪਾਂ ਐਲੀਮੈਂਟਰੀ ਪੋਰਸ਼ਨ ਲਿਆ ਸੀ, ਤਾਂ ਹੁਣ ਉਹ ਵੈਲਿਊ ਆਪਾਂ ਇੱਥੇ ਪੁੱਟ ਕਰ ਦੇਵਾਂਗੇ। ਹੁਣ ਨੈਕਸਟ ਆਪਣੇ ਕੋਲੇ ਦੇਖੋ ਜੇ ਆਪਾਂ ਦੇਖੀਏ ਕਿ DL cos θ ਤਾਂ ਆਪਣੇ ਕੋਲੇ PN ਦੀ ਵੈਲਿਊ ਆ ਗਈ। ਹੁਣ ਆਪਣੇ ਕੋਲੇ ਕੀ ਸੀਗਾ O ਤੋਂ P ਤੱਕ ਆਪਾਂ R ਦੇ ਨਾਲ ਡਿਨੋਟ ਕੀਤਾ ਸੀ, ਐਲੀਮੈਂਟਰੀ ਪੋਰਸ਼ਨ ਕੀ ਆ ਰਿਹਾ ਸੀ PQ, ਤਾਂ PN ਵੀ ਆਪਣੇ ਕੋਲੇ ਕੀ ਆ ਸਮੋਲ ਲੈਂਥ ਹੀ ਆ ਗਈ। ਮਤਲਬ ਜੇ R ਨੂੰ ਆਪਾਂ O ਤੋਂ P ਤੱਕ ਦੀ ਡਿਸਟੈਂਸ ਲਿਆ ਸੀ ਤਾਂ ਇਹਦੇ ਵਿੱਚ ਕੀ ਹੋਰ ਡਿਸਟੈਂਸ ਥੋੜੀ ਜਿਹੀ ਐਡ ਹੋ ਰਹੀ ਹੈ DR ਆਪਣੇ ਕੋਲੇ ਆ ਰਿਹਾ, ਮਤਲਬ ਚੇਂਜ ਕਿੰਨੀ ਆਈ। ਤਾਂ ਹੁਣ ਆਪਣੇ ਕੋਲੇ ਕਿ R ਇਸ ਡਾਇਰੈਕਸ਼ਨ ਦੇ ਵਿੱਚ ਇਨਕਰੀਜ਼ ਕਰ ਰਹੀ ਹੈ O to P ਦੇ ਤੱਕ। ਹੁਣ ਆਪਾਂ P ਤੋਂ ਅੱਗੇ ਵੀ ਮੂਵ ਕੀਤਾ ਤਾਂ DR ਆਪਣੇ ਕੋਲੇ ਆ ਜਾਊਗੇ ਕਿ ਲੈਂਥ ਦੇ ਵਿੱਚ ਕਿੰਨਾ ਵੇਰੀਏਸ਼ਨ ਆਈ ਸੀਗੀ। ਤਾਂ ਇਹ ਆਪਣੇ ਕੋਲੇ ਕੀ ਇਨਕਰੀਜ਼ ਹੋ ਰਹੀ ਹੈ ਡਿਸਟੈਂਸ ਜਦੋਂ ਆਪਾਂ O ਤੋਂ ਅੱਗੇ ਦੀ ਅੱਗੇ ਜਾਈ ਜਾਂਦੇ ਆ, ਤਾਂ ਇਸੇ ਕਰਕੇ ਆਪਣੇ ਕੋਲੇ ਸਾਈਨ ਕਿਹੜਾ ਆ ਜਾਊਗਾ ਪੋਜ਼ਿਟਿਵ ਦਾ। ਤਾਂ ਹੁਣ DL cos θ ਦੀ ਵੈਲਿਊ ਪੁੱਟ ਕਰ ਦਿਓ ਇੱਥੇ, ਤਾਂ ਰਿਲੇਸ਼ਨ ਕੀ ਹੋ ਗਿਆ E ਡਾਟ DL ਕਿਹਦੇ ਇਕੁਅਲ ਹੋ ਜਾਊਗਾ 1/4πε0 Q/r² ਇੰਟੂ DR। ਹੁਣ ਇੰਟੀਗ੍ਰੇਟ ਆਪਾਂ ਕਿੱਥੋਂ ਤੋਂ ਕਿੱਥੇ ਤੱਕ ਕਰਨਾ A to B ਹੋਲ ਪਾਥ ਦੇ ਲਈ, ਤਾਂ A to B ਆਪਾਂ ਇੰਟੀਗ੍ਰੇਟ ਕਰਾਂਗੇ। ਤਾਂ ਹੁਣ ਜਿਹੜੀਆਂ ਵੀ ਕੁਆਂਟੀਜ਼ ਕੌਨਸਟੈਂਟ ਨੇ ਉਹ ਆਪਾਂ ਬਾਹਰ ਕੱਢ ਲਈਆਂ 1/4πε0 Q। ਇੰਟੀਗ੍ਰੇਸ਼ਨ ਦੇ ਵਿੱਚ ਕੀ ਰਹਿ ਜਾਊਗਾ R ਦੀ ਪਾਵਰ ਡਿਨੋਮੀਨੇਟਰ 'ਚ ਕਿੰਨੀ ਹੈ 2, ਜਦੋਂ ਆਪਾਂ ਉੱਪਰ ਲੈ ਕੇ ਜਾ ਰਹੇ ਹਾਂ ਪਾਵਰ ਤਾਂ ਮਾਈਨਸ ਦੇ ਵਿੱਚ ਹੋ ਜਾਊਗੀ, R ਦੀ ਪਾਵਰ ਕਿੰਨੀ ਹੋ ਜੂ -2 ਇੰਟੂ DR। ਹੁਣ ਆਪਣੇ ਕੋਲ ਕੀ ਹੈ ਜਦੋਂ ਇੰਟੀਗ੍ਰੇਸ਼ਨ ਕਰਨੀ ਹੈ ਤਾਂ ਹੁਣ ਇੱਥੇ ਆਪਣੇ ਕੋਲ ਡੈਰੀਵੇਟਿਵ ਕਿਹਦਾ ਆ ਰਿਹਾ ਹੈ, ਜਾਂ ਆਪਾਂ ਕਹਿ ਸਕਦੇ ਹਾਂ ਕਿ ਇੰਟੀਗ੍ਰੇਸ਼ਨ ਵਿਦ ਰਿਸਪੈਕਟ ਟੂ ਆਪਾਂ ਕਰ ਰਹੇ ਹਾਂ R, ਤਾਂ ਇੰਟੀਗ੍ਰੇਸ਼ਨ ਲਿਮਿਟਸ ਵੀ ਆਪਣੇ ਕੋਲ ਕਿੱਥੋਂ ਹੋ ਜਾਣਗੀਆਂ RA to RB। ਤਾਂ 1/4πε0 Q ਐਜ਼ ਇਟ ਇਜ਼ ਰਹੂਗਾ। ਇੰਟੀਗ੍ਰੇਸ਼ਨ ਦੇ ਵਿੱਚ ਕੀ ਸੀਗਾ R raised to power -2 ਇੰਟੂ DR। ਹੁਣ R ਦਾ ਡੈਰੀਵੇਟਿਵ DR ਨਾਲ ਪਿਆ ਤਾਂ ਇੰਟੀਗ੍ਰੇਸ਼ਨ ਦਾ ਫਾਰਮੂਲਾ ਕੀ ਹੋ ਜਾਊਗਾ R raised to power n+1/n+1 -2 +1 ਐਡ ਕੀਤਾ ਤਾਂ -1, ਫਿਰ ਡਿਨੋਮੀਨੇਟਰ 'ਚ -2 +1 -1। ਫਿਰ ਹੁਣ ਪਾਵਰਸ ਨੂੰ ਰੀਅਰੇਂਜ ਕਰ ਦਿਓ। ਹੁਣ ਇੱਥੇ ਜਿਹੜਾ ਮਾਈਨਸ ਸੀਗਾ ਉਹ ਆਪਾਂ ਮਾਈਨਸ ਨੂੰ ਬਾਹਰ ਕੱਢ ਕੇ ਵੀ ਆਪਾਂ ਲਿਖ ਸਕਦੇ ਹਾਂ। ਹੁਣ ਪਾਵਰ ਫਿਰ ਕਿੰਨੀ ਹੋ ਜਾਊਗੀ ਅਪਰ ਲਿਮਿਟ ਮਾਈਨਸ ਲੋਅਰ ਲਿਮਿਟ। ਆਹ ਵਾਲਾ ਮਾਈਨਸ ਜੇ ਆਪਾਂ ਲਿਖੀਏ -1/4πε0 Q, ਮਾਈਨਸ ਨੂੰ ਆਪਾਂ ਬਾਹਰ ਕੱਢ ਲਿਆ ਤਾਂ 1/RB -1/RA, ਤਾਂ ਇਹ ਰਿਲੇਸ਼ਨ ਬਣ ਜਾਊਗਾ। ਹੁਣ ਆਪਣੇ ਕੋਲੇ ਕਿਸੇ ਇੱਕ ਮਾਈਨਸ ਇੱਥੇ ਪਿਆ, ਹੁਣ ਇਹਨੂੰ ਆਪਾਂ ਰੀਅਰੇਂਜ ਕਰੀਏ ਜੇ ਆ ਮਾਈਨਸ ਨੂੰ ਅੰਦਰ ਲੈ ਕੇ ਜਾਈਏ ਤਾਂ ਇਕੁਏਸ਼ਨ ਕੀ ਬਣ ਜੂਗੀ -1/RB + 1/RA। ਤਾਂ ਨੈਟ ਇਕੁਏਸ਼ਨ ਕੀ ਆ ਗਈ 1/4πε0 Q 1/RA -1/RB। ਹੁਣ ਨੈਕਸਟ ਆਪਣੇ ਕੋਲ ਕੀ ਹੈ ਕਲੋਜ਼ਡ ਪਾਥ ਦੇ ਲਈ ਆਪਾਂ ਦੇਖਣਾ ਹੈ ਕਿ ਲਾਈਨ ਇੰਟੈਗਰਲ ਦੀ ਵੈਲਿਊ ਕਿੰਨੀ ਆ ਰਹੀ ਹੈ। ਤਾਂ ਕੋਆਰਡੀਨੇਟ ਐਕਸਿਸ ਦੇ ਵਿੱਚ ਆਪਣੇ ਕੋਲ ਕੀ ਹੈ ਕੋਈ ਵੀ ਇੱਕ ਕਲੋਜ਼ਡ ਪਾਥ ਦਿੱਤਾ ਹੋਇਆ ਹੈ AB ਆਪਣੇ ਕੋਲੇ। ਹੁਣ ਪਾਥ ਆਪਣੇ ਕੋਲੇ ਕੀ ਹੈ P1 ਵੀ ਪਾਥ ਆ ਤੇ P2 ਵੀ ਪਾਥ ਆ ਕਿ ਆਪਾਂ ਕਿਹੜੇ ਪਾਥ ਦੇ ਥਰੂ ਇਹਨਾਂ ਤੱਕ ਪਹੁੰਚਦੇ ਹਾਂ। ਹੁਣ ਓਰੀਜਨ ਦੇ ਉੱਪਰ ਆਪਾਂ ਕੀ ਇੱਕ ਪੋਜ਼ਿਟਿਵ ਚਾਰਜ ਰੱਖਿਆ ਹੋਇਆ, ਤਾਂ ਉਹ ਕੀ ਹੈ ਯੂਨਿਟ ਪੋਜ਼ਿਟਿਵ ਚਾਰਜ ਆ +Q। ਤਾਂ O ਤੋਂ A ਤੱਕ ਦੀ ਡਿਸਟੈਂਸ ਹੋ ਗਈ RA ਤੇ O ਤੋਂ B ਤੱਕ ਦੀ ਡਿਸਟੈਂਸ ਹੋ ਜੂਗੀ ਆਪਣੇ ਕੋਲੇ RB। ਤਾਂ ਹੁਣ ਆਪਣੇ ਕੋਲ ਦੇਖੋ ਜਦੋਂ ਆਪਾਂ A to B ਇੰਟੀਗ੍ਰੇਟ ਕਰ ਰਹੇ ਸੀਗੇ ਤਾਂ ਆਪਣੇ ਕੋਲ ਲਈ ਵੈਲਿਊਜ਼ ਕਿਵੇਂ ਆ ਰਹੀਆਂ ਸੀ 1/4πε0 Q 1/RA -1/RB। ਹੁਣ ਉਸੇ ਤਰ੍ਹਾਂ ਜੇ ਆਪਾਂ ਇਹਦੇ ਵਿੱਚ ਦੇਖੀਏ A to B ਆਪਾਂ ਇੰਟੀਗ੍ਰੇਟ ਕੀਤਾ ਤਾਂ A to B ਆਪਾਂ ਕਿਵੇਂ ਪਹੁੰਚ ਰਹੇ ਹਾਂ ਅਲੋਂਗ ਪਾਥ P1। ਤਾਂ ਅਲੋਂਗ ਪਾਥ P1 ਤਾਂ ਇਹਦੀਆਂ ਵੀ ਵੈਲਿਊਜ਼ ਕਿਵੇਂ ਹੋ ਗਈਆਂ 1/4πε0 Q 1/RA -1/RB। ਹੁਣ ਨੈਕਸਟ ਆਪਣੇ ਕੋਲ ਹੈ B to A ਆਪਾਂ ਮੂਵ ਕੀਤਾ ਅਲੋਂਗ ਪਾਥ P2, ਤਾਂ ਹੁਣ ਉਹਦੀਆਂ ਵੈਲਿਊਜ਼ ਕਿੰਨੀਆਂ ਹੋ ਜਾਣਗੀਆਂ 1/4πε0 Q। ਹੁਣ ਆਪਣੇ ਕੋਲ ਇੱਥੇ ਜਦੋਂ A ਤੋਂ B ਆਪਾਂ ਇੰਟੀਗ੍ਰੇਟ ਕੀਤਾ ਸੀ ਤਾਂ ਵੈਲਿਊਜ਼ ਵੀ ਆਪਣੇ ਕੋਲ ਕਿਵੇਂ ਆ ਰਹੀਆਂ ਸੀ 1/RA -1/RB। ਬਟ ਹੁਣ ਆਪਾਂ ਇੰਟੀਗ੍ਰੇਟ ਕੀਤਾ B to A ਤਾਂ ਵੈਲਿਊਜ਼ ਕਿਵੇਂ ਆ ਗਈਆਂ 1/RB -1/RA। ਤਾਂ ਹੁਣ ਆਪਣੇ ਕੋਲ ਟੋਟਲ ਵੈਲਿਊ ਚਾਹੀਦੀ ਹੈ ਇਲੈਕਟ੍ਰਿਕ ਫੀਲਡ ਦੀ, ਤਾਂ ਦੋਨੋਂ ਇਕੁਏਸ਼ਨਸ ਨੂੰ ਪਲੱਸ ਕਰ ਦਿਓ।
ਤਾਂ ਜਦੋਂ ਆਪਾਂ ਦੋਨੋਂ ਇਕੁਏਸ਼ਨਸ ਨੂੰ ਪਲੱਸ ਕਰਦੇ ਹਾਂ ਤਾਂ ਹੁਣ ਆਪਣੇ ਕੋਲ ਕੀ ਹੋ ਜਾਣਗੀਆਂ, ਸਾਰੀਆਂ ਇੱਕ ਦੂਜੇ ਨਾਲ ਕੈਂਸਲ ਆਊਟ ਹੋ ਗਈਆਂ ਤੇ ਨੈਟ ਇਫੈਕਟ ਕੀ ਆ ਗਿਆ, 0। ਤਾਂ ਹੁਣ ਇਹਦੇ ਤੋਂ ਆਪਾਂ ਫਿਰ ਕੀ ਪ੍ਰੂਵ ਕਰਦੇ ਆ ਕਿ ਜਿਹੜਾ ਲਾਈਨ ਇੰਟੈਗਰਲਸ ਦਾ ਸਮ ਆ ਰਿਹਾ ਸੀ ਦੋਨੋਂ ਪਾਥ ਦੇ ਲਈ P1 ਤੇ P2 ਦੇ ਲਈ, ਉਹ ਆਪਣੇ ਕੋਲ ਕੀ ਆ, 0 ਦੇ ਇਕੁਅਲ ਆ। ਹੁਣ ਇਸੇ ਕਰਕੇ ਲਾਈਨ ਇੰਟੈਗਰਲ ਹਮੇਸ਼ਾ ਹੀ ਕਲੋਜ਼ਡ ਪਾਥ ਦਾ ਇਲੈਕਟ੍ਰਿਕ ਫੀਲਡ ਦੇ ਵਿੱਚ ਕੀ ਆ ਜਾਊਗਾ, 0। ਹੁਣ ਨੈਕਸਟ ਪੁਆਇੰਟ ਆਪਣੇ ਕੋਲ ਹੈਗਾ ਕਿ ਲਾਈਨ ਇੰਟੈਗਰਲ ਆਪਾਂ ਦੇਖਣਾ ਹੈ ਕਿ ਜੇ ਦੋ ਪੁਆਇੰਟਸ ਦੇ ਵਿਚਕਾਰ ਆਪਾਂ ਇਲੈਕਟ੍ਰਿਕ ਫੀਲਡ ਫਾਈਂਡ ਕੀਤੀ ਆ ਤਾਂ ਉਹਨਾਂ ਦਾ ਲਾਈਨ ਇੰਟੈਗਰਲ ਹਮੇਸ਼ਾ ਹੀ ਕਿਹਦੇ ਇਕੁਅਲ ਆ ਜਾਊਗਾ ਕਿ ਜਿੰਨਾ ਵਰਕ ਡਨ ਕਰਨਾ ਪਿਆ ਇਲੈਕਟ੍ਰਿਕ ਫੀਲਡ ਨੂੰ ਯੂਨਿਟ ਪੋਜ਼ਿਟਿਵ ਟੈਸਟ ਚਾਰਜ ਨੂੰ ਦੋਨੋਂ ਪੁਆਇੰਟਸ 'ਚ ਮੂਵ ਕਰਨ ਦੇ ਲਈ। ਤਾਂ E.dl ਕਿਹਦੇ ਇਕੁਅਲ ਹੋ ਗਿਆ, ਵਰਕ ਡਨ ਬਾਈ ਇਲੈਕਟ੍ਰਿਕ ਫੀਲਡ ਇਨ ਮੂਵਿੰਗ ਆ ਯੂਨਿਟ ਪੋਜ਼ਿਟਿਵ ਚਾਰਜ ਥਰੂ DL। ਤਾਂ ਸਾਰੀ ਲਿਮਿਟਸ ਕਿਹਦੇ ਇਕੁਅਲ ਹੋ ਜਾਣਗੀਆਂ, ਵਰਕ ਡਨ। ਹੁਣ ਨੈਕਸਟ ਆਪਣੇ ਕੋਲ ਕੀ ਹੈ, ਜੇ ਦੋ ਪੁਆਇੰਟਸ ਦੇ ਵਿਚਕਾਰ ਆਪਾਂ ਲਾਈਨ ਇੰਟੈਗਰਲ ਇਲੈਕਟ੍ਰਿਕ ਫੀਲਡ ਦਾ ਫਾਈਂਡ ਕੀਤਾ, ਉਹ ਸਾਰੇ ਪਾਥ ਦੇ ਲਈ ਸੇਮ ਵੈਲਿਊਜ਼ ਆਉਣਗੀਆਂ, ਸਿਰਫ ਕਿਹੜੇ ਕੇਸ ਦੇ ਵਿੱਚ ਜੇ ਆਪਣੇ ਕੋਲ ਸਟੈਟਿਕ ਇਲੈਕਟ੍ਰਿਕ ਫੀਲਡ ਆਈ ਹੋਈ ਹੈ। ਬਟ ਜੇ ਮੂਵਿੰਗ ਚਾਰਜ ਦਿੱਤਾ ਹੋਇਆ ਤਾਂ ਉਹਦੇ ਲਈ ਇਹ ਇਕੁਏਸ਼ਨ ਹੋਲਡ ਨਹੀਂ ਹੋਊਗੀ। ਥੈਂਕ ਯੂ।